ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਕੈਡਮੀ ਫਤਿਹ। ਅਤੇ ਮੈਂ ਤੁਹਾਡੇ ਵਾਸਤੇ ਪੰਜਾਬੀ ਵਿਆਕਰਨ ਦੇ ਬਹੁਤ ਹੀ ਮਹੱਤਵਪੂਰਨ ਕੁਐਸਚਨ ਲੈ ਕੇ ਹਾਜ਼ਰ ਹਾਂ ਜੀ। ਜਿਹੜੇ ਤੁਹਾਨੂੰ ਪਤਾ ਹੀ ਹੈ ਕਿ PSSB ਕਲਰਕ ਦੇ ਪੇਪਰ ਵਿੱਚ ਪੰਜਾਬੀ ਗ੍ਰਾਮਰ ਦਾ ਜੋ ਸਿਲੇਬਸ ਹੈ ਉਹ 30 ਨੰਬਰ ਦਾ ਹੈ। 30 ਕੁਐਸਚਨ ਆਉਣਗੇ ਤੁਹਾਡੇ ਅਤੇ ਇਹ ਨੰਬਰ ਬਹੁਤ ਜ਼ਿਆਦਾ ਹਨ। ਜੇਕਰ ਤੁਸੀਂ ਪੇਪਰ ਵਿੱਚ ਆਪਦੇ ਪੈਰ ਜਮਾਉਣਾ ਚਾਹੁੰਦੇ ਹੋ, ਨੌਕਰੀ ਵਿੱਚ ਆਪਦੇ ਪੈਰ ਜਮਾਉਣਾ ਚਾਹੁੰਦੇ ਹੋ, ਤਾਂ ਤੁਸੀਂ ਪੰਜਾਬੀ ਗ੍ਰਾਮਰ ਦੇ ਇਹਨਾਂ ਪ੍ਰਸ਼ਨਾਂ ਨੂੰ ਬਿਲਕੁਲ ਵੀ ਨਾ ਛੱਡਣਾ, ਠੀਕ ਹੈ। ਸੋ ਵੀਡੀਓ ਦੇ ਐਂਡ ਤੱਕ ਬਣਾਏ ਰਹੋ। ਅਤੇ ਵੱਧਦੇ ਆਪਾਂ ਪਹਿਲੇ ਕੁਐਸਚਨ ਵੱਲ। ਪਹਿਲਾ ਕੁਐਸਚਨ ਹੈ ਜੀ, ਨਾਵਾਂ ਦੀ ਵਿਸ਼ੇਸ਼ਤਾਵਾਂ ਗੁਣ ਆਗੁਣ ਜਾਂ ਗਿਣਤੀ ਮਿਣਤੀ ਦੱਸਣ ਵਾਲੇ ਸ਼ਬਦ ਹੁੰਦੇ ਹਨ। ਦੱਸੋ ਜੀ ਕਿਹੜੇ ਸ਼ਬਦ ਹੁੰਦੇ ਹਨ। ਆਪਸ਼ਨ ਹੈ ਜੀ ਵਿਸ਼ੇਸ਼ਣ, ਪੜ੍ਹਨਾਂਵ, ਵਿਸਮਿਕ ਜਾਂ ਯੋਜਕ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ। ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਅਤੇ ਇਹਦਾ ਉੱਤਰ ਜੀ ਵਿਸ਼ੇਸ਼ਣ। ਹਾਂਜੀ, ਵਿਸ਼ੇਸ਼ਣ ਹੁੰਦੇ ਹਨ ਜੋ ਨਾਵਾਂ ਦੀ ਵਿਸ਼ੇਸ਼ਤਾ ਗੁਣ ਔਗੁਣ ਜਾਂ ਗਿਣਤੀ ਮਿਣਤੀ ਦੱਸਣ ਵਾਲੇ ਸ਼ਬਦ ਹੁੰਦੇ ਹਨ, ਅਤੇ ਉਹ ਹੁੰਦੇ ਆ ਜੀ ਵਿਸ਼ੇਸ਼ਣ। ਤੁਸੀਂ ਇਹਨਾਂ ਨੂੰ ਜ਼ਰੂਰ ਧਿਆਨ 'ਚ ਰੱਖਣਾ ਹੈ, ਠੀਕ ਹੈ। ਸੋ ਵੱਧਦੇ ਆਪਾਂ ਅਗਲੇ ਕੁਐਸਚਨ। ਕੁਐਸਚਨ ਹੈ ਜੀ, ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ। ਆਪਸ਼ਨ ਹੈ ਜੀ 6 ਪ੍ਰਕਾਰ ਦੇ, 5 ਪ੍ਰਕਾਰ ਦੇ, 7 ਪ੍ਰਕਾਰ ਦੇ ਜਾਂ 8 ਪ੍ਰਕਾਰ ਦੇ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ। ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਅਤੇ ਇਹਦਾ ਉੱਤਰ ਹੈ ਜੀ 5 ਪ੍ਰਕਾਰ ਦੇ। ਹਾਂਜੀ, ਵਿਸ਼ੇਸ਼ਣ ਜੋ ਹੁੰਦੇ ਹਨ ਉਹ 5 ਪ੍ਰਕਾਰ ਦੇ ਹੁੰਦੇ ਹਨ। ਤੁਸੀਂ ਇਹਨਾਂ ਵਿੱਚ ਵੀ ਬਹੁਤ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਹਨ। ਸੋ ਤੁਸੀਂ ਇਸ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣਾ, ਸਾਰੀ ਜੋ ਵਿਸ਼ੇਸ਼ਣ ਬਾਰੇ ਜਿੰਨੇ ਵਿਸ਼ੇਸ਼ਤਾਵਾਂ ਹਨ ਇਹਦੀਆਂ, ਸੋ ਇਹਦੀਆਂ ਕਿਸਮਾਂ ਹਨ, ਤੁਸੀਂ ਆਪਦੇ ਵੱਲੋਂ ਸਾਰਾ ਕੁਛ ਉਹਦਾ ਪੜ੍ਹ ਲੈਣਾ, ਠੀਕ ਹੈ। ਬਾਕੀ ਇਸ ਵੀਡੀਓ ਵਿੱਚ ਮੈਂ ਪੂਰਾ ਸਿਲੇਬਸ ਕਵਰ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਆਪਾਂ ਵੱਧਦੇ ਹਾਂ ਜੀ ਅਗਲਾ ਕੁਐਸਚਨ। ਅਗਲਾ ਕੁਐਸਚਨ ਹੈ ਜੀ, ਫੁੱਲ ਬਹੁਤ ਸੋਹਣਾ ਹੈ, ਇਸ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ। ਆਪਸ਼ਨ ਹੈ ਜੀ ਸੰਖਿਅਕ, ਗੁਣਵਾਚਕ, ਨਿਸ਼ਚੈਵਾਚਕ ਜਾਂ ਪੜ੍ਹਨਾਂਵੀ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ। ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਅਤੇ ਇਹਦਾ ਉੱਤਰ ਹੈ ਜੀ ਗੁਣਵਾਚਕ। ਹਾਂਜੀ, ਗੁਣਵਾਚਕ ਵਿਸ਼ੇਸ਼ਣ ਦਾ ਹੀ ਇਸਤੇਮਾਲ ਹੋਇਆ ਹੈ ਇਹਦੇ 'ਚ। ਫੁੱਲ ਬਹੁਤ ਸੋਹਣਾ ਹੈ, ਇਸ ਵਾਕ ਵਿੱਚ ਵਿਸ਼ੇਸ਼ਣ ਕਿਹੜੀ ਵਿਸ਼ੇਸ਼ਣ ਵਰਤੀ ਗਈ ਹੈ, ਤੁਹਾਡਾ ਇੱਧਰ ਹੈ ਗੁਣਵਾਚਕ, ਠੀਕ ਹੈ। ਸੋ ਇੱਦਾਂ ਦੇ ਕੁਐਸਚਨਾਂ ਨੂੰ ਤੁਸੀਂ ਜ਼ਰੂਰ ਧਿਆਨ 'ਚ ਰੱਖਣਾ। ਤਾਂ ਵੱਧਦੇ ਹਾਂ ਆਪਾਂ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ, ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣ, ਕਰਨ ਜਾਂ ਵਾਪਰਨ ਆਦਿ ਕਾਲ ਸਹਿਤ ਪ੍ਰਗਟ ਕਰਨ, ਉਸ ਨੂੰ ਕੀ ਕਿਹਾ ਜਾਂਦਾ ਹੈ। ਦੱਸੋ ਜੀ ਕੀ ਕਿਹਾ ਜਾਂਦਾ ਹੈ। ਆਪਸ਼ਨ ਹੈ ਜੀ ਕਿਰਿਆ, ਵਿਸ਼ੇਸ਼ਣ, ਪੜ੍ਹਨਾਂਵ ਜਾਂ ਯੋਜਕ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ। ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਇਹਦੇ ਸਹੀ ਉੱਤਰ ਹੈ ਉਹ ਹੈ ਕਿਰਿਆ। ਸੋ ਕਿਰਿਆ ਦੀ ਤੁਸੀਂ ਜੋ ਹੁੰਦੀ ਭਾਵ ਹੁੰਦਾ ਹੈ, ਸੋ ਇਹ ਤੁਸੀਂ ਜ਼ਰੂਰ ਪੜ੍ਹਿਆ ਹੋਊਗਾ ਵੀ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਵਾਪਰਨਾ ਜੋ ਪ੍ਰਗਟ ਕਰਦੀ ਹੈ ਤਾਂ ਉਹ ਹੁੰਦੀ ਕਿਰਿਆ। ਤੁਸੀਂ ਇਸ ਨੂੰ ਆਪਦੇ ਸਕੂਲ ਟਾਈਮ ਵੀ ਜ਼ਰੂਰ ਪੜ੍ਹਿਆ ਹੋਊਗਾ। ਸੋ ਇਸ ਨੂੰ ਤੁਸੀਂ ਜ਼ਰੂਰ ਧਿਆਨ 'ਚ ਰੱਖਣਾ। ਕਿਰਿਆ ਹੁੰਦੀ ਹੈ ਜੀ, ਇਹਦਾ ਸਹੀ ਉੱਤਰ ਹੈ ਜੀ ਕਿਰਿਆ, ਠੀਕ ਹੈ। ਆਪਸ਼ਨ ਨੰਬਰ 1 ਕਿਰਿਆ ਹੈ ਇਹਦਾ ਸਹੀ ਉੱਤਰ। ਸੋ ਵੱਧਦੇ ਆਪਾਂ ਅਗਲੇ ਕੁਐਸਚਨ। ਅਗਲਾ ਕੁਐਸਚਨ ਹੈ ਜੀ, ਕਿਰਿਆ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਆਪਸ਼ਨ ਹੈ ਜੀ 2 ਭਾਗਾਂ ਵਿੱਚ, 4 ਭਾਗਾਂ ਵਿੱਚ, 3 ਭਾਗਾਂ ਵਿੱਚ ਜਾਂ 5 ਭਾਗਾਂ ਵਿੱਚ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ। ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਅਤੇ ਇਹਦਾ ਉੱਤਰ ਹੈ 4 ਭਾਗਾਂ ਵਿੱਚ। ਹਾਂਜੀ, ਕਿਰਿਆ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਹੈ, ਤਾਂ ਤੁਸੀਂ ਇਸ ਨੂੰ ਵੀ ਜ਼ਰੂਰ ਧਿਆਨ ਵਿੱਚ ਰੱਖਣਾ ਹੈ। ਮੋਸਟ ਇੰਪੋਰਟੈਂਟ ਕੁਐਸਚਨ ਕਰਵਾਉਣਾ ਤੁਹਾਨੂੰ ਮੈਂ, ਸੋ ਇਹਨਾਂ ਨੂੰ ਤੁਸੀਂ ਜ਼ਰੂਰ ਮਾਈਂਡ ਵਿੱਚ ਬਿਠਾ ਲਓ। ਬਾਕੀ ਮੈਂ ਇਸਦਾ ਮਟੀਰੀਅਲ ਟੈਲੀਗ੍ਰਾਮ ਗਰੁੱਪ ਵਿੱਚ ਜ਼ਰੂਰ ਜੁਆਇਨ ਕਰ ਲਓ, ਉਸ 'ਚ ਮੈਂ ਪ੍ਰੋਵਾਈਡ ਕਰਵਾ ਦੂੰਗਾ, ਲਿੰਕ ਡਿਸਕ੍ਰਿਪਸ਼ਨ 'ਚ ਹੈ। ਸੋ ਜਲਦੀ ਜਾ ਕੇ ਉਸ ਨੂੰ ਵੀ ਜੁਆਇਨ ਕਰ ਲਓ। ਬਾਕੀ ਵੱਧਦੇ ਆਪਾਂ ਅਗਲੇ ਕੁਐਸਚਨ। ਹਾਂਜੀ, ਅਗਲਾ ਕੁਐਸਚਨ ਹੈ ਜੀ, ਜਿਹੜਾ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ, ਸਮਾਂ, ਸਥਾਨ ਜਾਂ ਢੰਗ ਪ੍ਰਗਟ ਕਰੇ, ਉਸ ਨੂੰ ਕੀ ਕਿਹਾ ਜਾਂਦਾ ਹੈ। ਆਪਸ਼ਨ ਹੈ ਜੀ ਕਿਰਿਆ ਵਿਸ਼ੇਸ਼ਣ, ਪੜ੍ਹਨਾਂਵ, ਵਿਸ਼ੇਸ਼ਣ ਜਾਂ ਸੰਬੰਧਕ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ। ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਅਤੇ ਜਿਹੜਾ ਸਹੀ ਉੱਤਰ ਹੈ ਜੀ ਉਹ ਹੈ ਜੀ ਕਿਰਿਆ ਵਿਸ਼ੇਸ਼ਣ। ਹਾਂਜੀ, ਬਿਲਕੁਲ ਇਸਦਾ ਸਹੀ ਉੱਤਰ ਹੈ ਕਿਰਿਆ ਵਿਸ਼ੇਸ਼ਣ। ਹਨ ਜਿਹੜਾ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ, ਸਮਾਂ, ਸਥਾਨ ਜਾਂ ਢੰਗ ਪ੍ਰਗਟ ਕਰੇ, ਉਸ ਨੂੰ ਕੀ ਕਿਹਾ ਜਾਂਦਾ, ਤੁਸੀਂ ਧਿਆਨ ਵਿੱਚ ਰੱਖਣਾ ਹੈ। ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ, ਠੀਕ ਹੈ। ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਵੱਧਦੇ ਆਪਾਂ ਅਗਲੇ ਕੁਐਸਚਨ। ਅਗਲਾ ਕੁਐਸਚਨ ਹੈ ਜੀ, ਉਜਾੜਨਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। ਇਸਦਾ ਜੋ ਵਿਰੋਧੀ ਸ਼ਬਦ ਹੈ ਉਹ ਆਪਾਂ ਲੱਭਣਾ ਹੈ ਜੀ। ਆਪਸ਼ਨ ਹੈ ਉਜਾੜਨਾ, ਵਸਾਉਣਾ, ਢਾਉਣਾ ਜਾਂ ਉਸਾਰਨਾ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸ ਦਾ। ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਇਹਦਾ ਉੱਤਰ ਹੈ ਜੀ ਵਸਾਉਣਾ। ਹਾਂਜੀ, ਇਹਦਾ ਸਹੀ ਉੱਤਰ ਹੋਊਗਾ ਉਜਾੜਨਾ ਦਾ ਵਸਾਉਣਾ, ਠੀਕ ਹੈ। ਇੱਦਾਂ ਦੇ ਕੁਐਸਚਨ ਇੱਕ ਤਾਂ ਵਿਰੋਧੀ ਅਤੇ ਇੱਕ ਸਮਾਨਾਰਥਕ, ਠੀਕ ਹੈ। ਸਮਾਨ ਹੁੰਦਾ ਜੋ ਸਮਾਨਾਰਥਕ, ਇੱਦਾਂ ਦੇ ਕੁਐਸਚਨ ਬਹੁਤ ਜ਼ਿਆਦਾ ਪੇਪਰ ਵਿੱਚ ਪੁੱਛੇ ਜਾਂਦੇ ਨੇ। ਸੋ ਇੱਦਾਂ ਦੇ ਕੁਐਸਚਨ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣਾ ਹੈ। ਬਾਕੀ ਆਪਾਂ ਵੱਧਦੇ ਹਾਂ ਅਗਲਾ ਕੁਐਸਚਨ ਵਾ। ਅਤੇ ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ। ਹਾਂਜੀ, ਅਗਲਾ ਕੁਐਸਚਨ ਹੈ ਜੀ, ਅੰਨਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। ਦੱਸੋ ਜੀ
ऑप्शन है अन्नी, सुजाखा, काणा ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸਦਾ। ऑप्शन ਦੇ ਸਾਹਮਣੇ ਹੈ ਜੀ। ਇਹਦਾ ਹੈ ਜੀ ਸੁਜਾਖਾ। ਹਾਂਜੀ ਤਾਂ ਬਿਲਕੁਲ ਸਹੀ ਉੱਤਰ ਹੈ ਸੁਜਾਖਾ। ਅੰਨੇ ਦਾ ਜੋ ਵਿਰੋਧੀ ਸ਼ਬਦ ਬਣੇਗਾ ਉਹ ਬਣੇਗਾ ਜੀ ਸੁਜਾਖਾ। ਠੀਕ ਹੈ, ਸੋ ਇਸ ਨੂੰ ਤੁਸੀਂ ਜ਼ਰੂਰ ਧਿਆਨ 'ਚ ਰੱਖਣਾ। ਵੱਧਦੇ ਹਾਂ ਅਗਲੇ ਕੁਐਸਚਨ ਵੱਲ। ਅਗਲਾ ਪ੍ਰਸ਼ਨ ਹੈ ਜੀ, ਪੰਜਾਬੀ ਭਾਸ਼ਾ ਨੂੰ ਬੋਲਣ ਵੇਲੇ ਮੂੰਹ ਵਿੱਚੋਂ ਨਿਕਲਣ ਵਾਲੀ ਆਵਾਜ਼ ਨੂੰ ਕੀ ਕਹਿੰਦੇ ਹਨ। ऑप्शन है जी ਧੁਨੀ, ਬਵਾਸ, ਸ਼ਬਦ ਜਾਂ ਵਾਕ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸਦਾ। ऑप्शन ਤੁਹਾਡੇ ਸਾਹਮਣੇ ਹੈ ਜੀ ਅਤੇ ਇਹਦਾ ਉੱਤਰ ਹੈ ਜੀ ਧੁਨੀ। ਹਾਂਜੀ ਬਿਲਕੁਲ ਇਹਦਾ ਸਹੀ ਉੱਤਰ ਹੈ ਧੁਨੀ। ਹਾਂਜੀ ਪੰਜਾਬੀ ਭਾਸ਼ਾ ਨੂੰ ਬੋਲਣ ਵੇਲੇ ਮੂੰਹ ਵਿੱਚ ਜੋ ਨਿਕਲਣ ਵਾਲੀ ਆਵਾਜ਼ ਹੁੰਦੀ ਹੈ ਤਾਂ ਉਸ ਨੂੰ ਆਪਾਂ ਧੁਨੀ ਕਹਿੰਦੇ ਹਾਂ। ਇਹਦਾ ਉੱਤਰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਧੁਨੀ ਆਪਾਂ ਕਹਿੰਦੇ ਹਾਂ। ਸੋ ਵੱਧਦੇ ਹਾਂ ਆਪਾਂ ਅਗਲੇ ਕੁਐਸਚਨ ਵੱਲ। ਪ੍ਰਸ਼ਨ ਹੈ ਜੀ, ਭਾਸ਼ਾ ਦੀ ਧੁਨੀ ਨੂੰ ਲਿਖਤੀ ਰੂਪ ਦੇਣ ਵਾਲੇ ਚਿੰਨ੍ਹ ਨੂੰ ਕੀ ਕਹਿੰਦੇ ਹਨ। ऑप्शन है जी ਅੱਖਰ ਜਾਂ ਵਰਨ, ਸ਼ਬਦ, ਨਾਂਵ ਜਾਂ ਕਿਰਿਆ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸਦਾ। ऑप्शन ਤੁਹਾਡੇ ਸਾਹਮਣੇ ਹੈ ਜੀ ਅਤੇ ਇਹਦਾ ਉੱਤਰ ਜੀ ਅੱਖਰ ਜਾਂ ਵਰਨ ਕਹਿੰਦੇ ਆਪਾਂ ਭਾਸ਼ਾ ਦੀ ਧੁਨੀ ਨੂੰ ਲਿਖਤੀ ਰੂਪ ਦੇਣ ਵਾਲੇ ਚਿੰਨ੍ਹ ਨੂੰ ਕੀ ਕਹਿੰਦੇ ਹਨ। ਤੁਹਾਡਾ ਉੱਤਰ ਹੋਵੇਗਾ ਅੱਖਰ ਜਾਂ ਵਰਨ। ਠੀਕ ਹੈ, ਸੋ ਜ਼ਰੂਰ ਧਿਆਨ ਵਿੱਚ ਰੱਖਿਓ। ਵੱਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਤੇ ਜੇਕਰ ਵੀਡੀਓ ਸਪੀਡ ਜ਼ਿਆਦਾ ਲੱਗ ਰਹੀ ਹੈ ਤਾਂ ਵੀਡੀਓ ਨੂੰ ਪਾਜ਼ ਵੀ ਕਰ ਸਕਦੇ ਹੋ। ਸੋ ਵੱਧਦੇ ਆਪਾਂ ਅਗਲੇ ਕੁਐਸਚਨ ਵੱਲ। ਅਗਲਾ ਪ੍ਰਸ਼ਨ ਹੈ ਜੀ, ਨਵੇਂ ਅੱਖਰ ਸ਼ਾਮਲ ਹੋਣ ਨਾਲ ਗੁਰਮੁਖੀ ਲਿਪੀ ਦੇ ਅੱਖਰਾਂ ਦੀ ਕੁੱਲ ਗਿਣਤੀ ਕਿੰਨੀ ਹੋ ਗਈ ਹੈ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਪੇਪਰ ਵਿੱਚ ਪੁੱਛਿਆ ਜਾ ਸਕਦਾ ਹੈ ਕੁਐਸਚਨ। ऑप्शन है जी 35, 38, 41 ਜਾਂ 42। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸਦਾ। ऑप्शन ਤੁਹਾਡੇ ਸਾਹਮਣੇ ਹੈ ਜੀ ਅਤੇ ਇਹਦਾ ਉੱਤਰ ਹੈ ਜੀ 41। ਹਾਂਜੀ ਨਵੇਂ ਅੱਖਰ ਜਿਹੜੇ ਸ਼ਾਮਲ ਹੋਏ ਹਨ ਗੁਰਮੁਖੀ ਲਿਪੀ ਵਿੱਚ ਤਾਂ ਇਹਨਾਂ ਨੂੰ ਮਿਲਾ ਕੇ ਕੁੱਲ ਗਿਣਤੀ ਕਿੰਨੀ ਹੋ ਗਈ ਹੈ। ਜਿਹੜਾ ਉੱਤਰ ਹੋਵੇਗਾ 41 ਹੋ ਗਈ ਹੈ। ਠੀਕ ਹੈ, ਸੋ ਇਹਨਾਂ ਨੂੰ ਤੁਸੀਂ ਜ਼ਰੂਰ ਧਿਆਨ 'ਚ ਰੱਖਣਾ। 41 ਹੋ ਗਈ ਹੈ, ਸੋ ਜ਼ਰੂਰ ਧਿਆਨ ਵਿੱਚ ਰੱਖਿਓ ਇਸ ਨੂੰ। ਕੁਐਸਚਨ ਪੇਪਰ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੁੱਛਿਆ ਜਾ ਸਕਦਾ ਹੈ। ਠੀਕ ਹੈ, ਸੋ ਵੱਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਗਲਾ ਪ੍ਰਸ਼ਨ ਹੈ ਜੀ, ਭਾਸ਼ਾ ਦੇ ਵਿੱਚ ਕੰਮ ਕਰਦੇ ਨਿਯਮਾਂ ਤੋਂ ਕਾਂ ਦਾ ਸਰੂਪ ਬਣਦਾ ਹੈ। ऑप्शन ਹੈ ਜੀ ਸੰਦ ਸ਼ਾਸਤਰ ਦਾ, ਉਪਭਾਸ਼ਾ ਦਾ, ਪਿੰਗਲ ਸ਼ਾਸਤਰ ਦਾ ਜਾਂ ਵਿਆਕਰਨ ਦਾ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸਦਾ। ऑप्शन ਤੁਹਾਡੇ ਸਾਹਮਣੇ ਹੈ ਜੀ ਅਤੇ ਇਹਦਾ ਉੱਤਰ ਹੈ ਜੀ ਵਿਆਕਰਨ ਦਾ। ਹਾਂਜੀ ਵਿਆਕਰਨ ਦਾ ਬਣਦਾ ਹੈ। ਭਾਸ਼ਾ ਦੇ ਵਿੱਚ ਕੰਮ ਕਰਦੇ ਜੋ ਨਿਯਮ ਹੁੰਦੇ ਹਨ ਤੋਂ ਕਾਂ ਦਾ ਸਰੂਪ ਬਣਦਾ ਹੈ। ਤੁਹਾਡਾ ਉੱਤਰ ਵਿਆਕਰਨ ਦਾ ਸਰੂਪ ਬਣਦਾ ਹੈ ਅਤੇ ਇਹੀ ਵਿਆਕਰਨ ਦੀ ਜੋ ਪਰਿਭਾਸ਼ਾ ਹੈ ਇਹੀ ਹੈ। ਜੇ ਐਡੀਕੂ ਲਾਈਨ ਵਿੱਚ ਵੀ ਤੁਸੀਂ ਇਸ ਦਾ ਆਨਸਰ ਦੇ ਸਕਦੇ ਹੋ। ਠੀਕ ਹੈ, ਸੋ ਵੱਧਦੇ ਹਾਂ ਆਪਾਂ ਅਗਲੇ ਕੁਐਸਚਨ ਵੱਲ। ਅਗਲਾ ਪ੍ਰਸ਼ਨ ਹੈ ਜੀ, ਮਨੁੱਖਾਂ ਦੇ ਬੋਲਾਂ ਰਾਹੀਂ ਆਪਸੀ ਵਿਚਾਰ ਵਟਾਂਦਰਾ ਅਤੇ ਸੰਚਾਰ ਦੇ ਸਾਧਨ ਨੂੰ ਕੀ ਕਹਿੰਦੇ ਹਨ। ऑप्शन ਹੈ ਜੀ ਉਪਭਾਸ਼ਾ, ਭਾਸ਼ਾ ਜਾਂ ਬੋਲੀ, ਗੁਪਤ ਭਾਸ਼ਾ ਜਾਂ ਧੁਨੀ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸਦਾ। ऑप्शन ਤੁਹਾਡੇ ਸਾਹਮਣੇ ਹੈ ਜੀ ਅਤੇ ਇਹਦਾ ਉੱਤਰ ਜੀ ਭਾਸ਼ਾ ਜਾਂ ਬੋਲੀ ਕਹਿੰਦੇ ਹਾਂ। ਠੀਕ ਹੈ, ਮਨੁੱਖ ਦੇ ਬੋਲਾਂ ਰਾਹੀਂ ਜੋ ਆਪਸੀ ਵਿਚਾਰ ਵਟਾਂਦਰਾ ਅਤੇ ਸੰਚਾਰ ਦੇ ਸਾਧਨ ਨੂੰ ਕੀ ਕਹਿੰਦੇ ਹਨ। ਤੁਹਾਡਾ ਉੱਤਰ ਹੋਵੇਗਾ ਭਾਸ਼ਾ ਜਾਂ ਬੋਲੀ। ਇੱਦਾਂ ਦੇ ਬੇਸਿਕ ਜਿਹੇ ਕੁਐਸਚਨ ਤੁਹਾਨੂੰ ਜ਼ਰੂਰ ਪੁੱਛਣ ਨੂੰ ਮਿਲਣਗੇ ਅਤੇ ਵੇਖਣ ਨੂੰ ਵੀ ਜ਼ਰੂਰ ਮਿਲਣਗੇ। ਠੀਕ ਹੈ, ਸੋ ਇਹਨਾਂ ਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣਾ ਹੈ। ਵੱਧਦੇ ਹਾਂ ਆਪਾਂ ਅਗਲੇ ਕੁਐਸਚਨ ਵੱਲ। ਅਗਲਾ ਪ੍ਰਸ਼ਨ ਹੈ ਜੀ, ਪੰਜਾਬੀ ਨੂੰ ਪੰਜਾਬ ਵਿੱਚ ਕੀ ਦਰਜਾ ਪ੍ਰਾਪਤ ਹੈ। ਮੋਸਟ ਇੰਪੋਰਟੈਂਟ ਕੁਐਸਚਨ ਹੈ, ਜ਼ਰੂਰ ਧਿਆਨ ਵਿੱਚ ਰੱਖਿਓ। ਮੈਂ ਲਿਖ ਦੇਣਾ। ऑप्शन ਹੈ ਜੀ ਪੇਂਡੂ ਭਾਸ਼ਾ ਦਾ, ਰਾਜ ਭਾਸ਼ਾ ਦਾ, ਸਥਾਨਕ ਭਾਸ਼ਾ ਦਾ ਜਾਂ ਗਵਾਰੂ ਭਾਸ਼ਾ ਦਾ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸਦਾ। ऑप्शन ਤੁਹਾਡੇ ਸਾਹਮਣੇ ਹੈ ਜੀ ਅਤੇ ਇਹਦਾ ਉੱਤਰ ਹੈ ਜੀ ਰਾਜ ਭਾਸ਼ਾ ਦਾ। ਹਾਂਜੀ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਪੰਜਾਬੀ ਨੂੰ ਪੰਜਾਬ ਵਿੱਚ। ਠੀਕ ਹੈ, ਸੋ ਇਸ ਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣਾ। ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ। ਵੱਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਗਲਾ ਪ੍ਰਸ਼ਨ ਹੈ ਜੀ, ਪੰਜਾਬੀ ਬੋਲੀ ਦੀ ਕਿਸੇ ਇੱਕ ਉਪਭਾਸ਼ਾ ਭਾਵ ਠੀਕ ਹੈ ਦਾ ਨਾਂ ਦੱਸੋ। ਨਾਂ ਦੱਸਣਾ ਹੈ। ऑप्शन ਹੈ ਜੀ ਹਿੰਦੀ, ਉਰਦੂ, ਮਾਝੀ ਜਾਂ ਪੰਜਾਬੀ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸਦਾ। ऑप्शन ਤੁਹਾਡੇ ਸਾਹਮਣੇ ਹੈ ਜੀ ਅਤੇ ਇਹਦਾ ਉੱਤਰ ਹੈ ਜੀ ਮਾਝੀ। ਹਾਂਜੀ ਮਾਝੀ ਹੈ ਪੰਜਾਬੀ ਬੋਲੀ ਦੀ ਕਿਸੇ ਇੱਕ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ, ਬਸ ਇੱਕ ਮਾਝੀ ਹੈ ਜੋ ਆਪਣੀ ਉਪਬੋਲੀ ਹੈ, ਉਪਭਾਸ਼ਾ ਹੈ। ਠੀਕ ਹੈ, ਬਾਕੀ ਤਾਂ ਵੈਸੇ ਤਾਂ ਬਹੁਤ ਜ਼ਿਆਦਾ ਹਨ। ਸੋ ਇਹਦੇ ਵਿੱਚ ਸਿਰਫ ऑप्शन ਵਿੱਚ ਸੀਗਾ ਮਾਝੀ। ਤੁਸੀਂ ਜਾ ਕੇ ਜ਼ਰੂਰ ਆਪਣੇ ਕ੍ਰੋਮ 'ਤੇ ਜਾਂ ਕਿਸੇ ਵੀ ਬਰਾਊਜ਼ਰ 'ਤੇ ਤੁਸੀਂ ਜਾ ਕੇ ਸਰਚ ਕਰ ਸਕਦੇ ਹੋ ਅਤੇ ਦੇਖ ਸਕਦੇ ਹੋ ਕਿੰਨੀਆਂ ਆਪਣੀਆਂ ਉਪਭਾਸ਼ਾ ਹਨ ਅਤੇ ਕਿਹੜੀਆਂ ਕਿਹੜੀਆਂ ਹਨ। ਠੀਕ ਹੈ, ਸੋ ਵੱਧਦੇ ਹਾਂ ਆਪਾਂ ਅਗਲੇ ਕੁਐਸਚਨ ਵੱਲ। ਅਗਲਾ ਪ੍ਰਸ਼ਨ ਹੈ ਜੀ, ਪੰਜਾਬੀ ਦੀ ਸਭ ਤੋਂ ਪਹਿਲਾਂ ਵਿਆਕਰਨ ਕਦੋਂ ਬਣੀ ਸੀ। ਮੋਸਟ ਇੰਪੋਰਟੈਂਟ ਕੁਐਸਚਨ ਹੈ, ਇਹ ਪੁੱਛਿਆ ਗਿਆ ਹੈ ਇਸ ਵਾਰ ਦੇ ਪੇਪਰਾਂ ਵਿੱਚ।
ਸੋ ਫਿਰ ਦੇਖਣ ਨੂੰ ਮਿਲ ਸਕਦਾ ਹੈ ਆਪਸ਼ਨ ਹੈ 1817 ਵਿੱਚ, 1812 ਵਿੱਚ, 1811 ਵਿੱਚ ਜਾਂ 1814 ਵਿੱਚ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸਦਾ? ਆਪਸ਼ਨ ਜਿਹੜਾ ਸਾਹਮਣੇ ਹੈ ਜੀ, ਜਿਹੜਾ ਉੱਤਰ ਹੈ ਜੀ 1812 ਵਿੱਚ। ਹਾਂਜੀ, ਪੰਜਾਬੀ ਦੀ ਸਭ ਤੋਂ ਪਹਿਲੀ ਵਿਆਕਰਨ ਕਦੋਂ ਬਣੀ ਸੀ? ਤੁਹਾਡਾ ਉੱਤਰ ਹੋਏਗਾ 1812 ਵਿੱਚ। ਠੀਕ ਹੈ, ਸੋ ਇਸ ਨੂੰ ਵੀ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣਾ ਹੈ। ਵੱਧਦੇ ਹਾਂ ਜੀ ਅਗਲਾ ਕੁਐਸਚਨ ਵਾ। ਅਗਲਾ ਪ੍ਰਸ਼ਨ ਹੈ ਜੀ, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਭਾਸ਼ਾ ਦਾ ਸਵਰ ਨਹੀਂ ਹੈ? ਆਪਸ਼ਨ ਹੈ ਜੀ ਐੜਾ, ਈੜੀ, ਸੱਸਾ ਜਾਂ ਪੱਪਾ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ, ਜਿਹੜਾ ਇੱਧਰ ਹੈ ਜੀ ਸੱਸਾ। ਹਾਂਜੀ, ਬਿਲਕੁਲ ਸਹੀ ਉੱਤਰ ਹੈ ਇਹਦਾ ਸੱਸਾ। ਹਾਂਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਭਾਸ਼ਾ ਦਾ ਸਵਰ ਨਹੀਂ ਹੈ? ਤਾਂ ਉਹ ਹੈ ਜੀ ਸੱਸਾ। ਇਹਨਾਂ ਵਿੱਚ ਬਿਲਕੁਲ ਸਹੀ ਉੱਤਰ ਸੀਗਾ ਜੀ ਸੱਸਾ। ਠੀਕ ਹੈ, ਸੋ ਇਸ ਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ। ਵੱਧਦੇ ਹਾਂ ਜੀ ਅਗਲੇ ਕੁਐਸਚਨ ਵਾ। ਅਗਲਾ ਪ੍ਰਸ਼ਨ ਹੈ ਜੀ, ਭਾਸ਼ਾ ਦਾ ਪਹਿਰਾਵਾ ਕਿਸ ਨੂੰ ਕਿਹਾ ਜਾਂਦਾ ਹੈ? ਆਪਸ਼ਨ ਹੈ ਜੀ ਬੋਲੀ ਨੂੰ, ਵਿਆਕਰਨ ਨੂੰ, ਲਿਪੀ ਨੂੰ ਜਾਂ ਧੁਨੀ ਨੂੰ। ਦੱਸੋ ਜੀ ਸਹੀ ਉੱਤਰ ਕੀ ਹੋਵੇਗਾ ਇਸਦਾ? ਆਪਸ਼ਨ ਜਿਹੜਾ ਸਾਹਮਣੇ ਹੈ ਜੀ, ਤੇਰਾ ਇੱਧਰ ਹੈ ਜੀ ਲਿਪੀ। ਹਾਂਜੀ, ਲਿਪੀ ਨੂੰ ਹੀ ਕਿਹਾ ਜਾਂਦਾ ਹੈ। ਭਾਸ਼ਾ ਦਾ ਪਹਿਰਾਵਾ ਕਿਸ ਨੂੰ ਕਿਹਾ ਜਾਂਦਾ ਹੈ? ਜਿਹੜਾ ਇੱਧਰ ਹੋਵੇਗਾ ਲਿਪੀ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਸੋ ਇਸ ਨੂੰ ਤੁਸੀਂ ਜ਼ਰੂਰ ਧਿਆਨ ਰੱਖਿਓ। ਵੱਧਦੇ ਹਾਂ ਜੀ ਅਗਲਾ ਕੁਐਸਚਨ ਵਾ। ਅਗਲਾ ਪ੍ਰਸ਼ਨ ਹੈ ਜੀ, ਟਿੱਪੀ ਦੀ ਵਰਤੋਂ ਵਾਲਾ ਠੀਕ ਸ਼ਬਦ ਜੋੜ ਚੁਣੋ। ਦੱਸੋ ਜੀ, ਇਸ ਵਿੱਚ ਵੈਸੇ ਤਾਂ ਸਾਰੀਆਂ ਟਿੱਪੀਆਂ ਲੱਗੀਆਂ ਹਨ, ਸੋ ਇਹ ਆਪਸ਼ਨ ਹਨ ਜੀ। ਸੋ ਇਹਨਾਂ ਵਿੱਚ ਦੱਸਣਾ ਹੈ ਤੁਸੀਂ ਕਿ ਸਹੀ ਟਿੱਪੀ ਵਾਲਾ ਜੋ ਠੀਕ ਸ਼ਬਦ ਜੋੜ ਹੈ ਉਹ ਕਿਹੜਾ ਹੈ। ਆਪਸ਼ਨ ਜਿਹੜਾ ਸਾਹਮਣੇ ਹੈ, ਦੱਸੋ ਇਹਦਾ ਸਹੀ ਉੱਤਰ ਕੀ ਹੋਵੇਗਾ? ਅਤੇ ਇਹਦਾ ਉੱਤਰ ਹੈ ਜੀ, ਜਿਹੜਾ ਤੁਸੀਂ ਦੇਖ ਸਕਦੇ ਹੋ ਪਿੰਡ। ਹਾਂਜੀ, ਪਿੰਡ ਬਿਲਕੁਲ ਜੋ ਟਿੱਪੀ ਵਗੈਰਾ ਇਹਦੇ ਬਿਲਕੁਲ ਸਹੀ ਪਈ ਹੋਈ ਹੈ। ਬਾਕੀ ਤੁਸੀਂ ਦੇਖ ਸਕਦੇ ਹੋ ਢੱਡੇ 'ਤੇ ਡੱਡੇ 'ਤੇ। ਠੀਕ ਹੈ, ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਗਲਤ ਹਨ, ਅਤੇ ਇਹਦਾ ਸਹੀ ਉੱਤਰ ਬਣਦਾ ਜੀ ਪਿੰਡ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਸੋ ਇਸ ਨੂੰ ਤੁਸੀਂ ਜ਼ਰੂਰ ਧਿਆਨ 'ਚ ਰੱਖਣਾ। ਇੱਦਾਂ ਦੇ ਕੁਐਸਚਨ ਵੀ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ। ਵੈਸੇ ਇਹਨਾਂ ਨੂੰ ਜੰਬਲ ਵਰਡ ਵਗੈਰਾ ਵੀ ਆਪਾਂ ਨਾ ਦੇ ਸਕਦੇ ਹਾਂ। ਠੀਕ ਹੈ, ਸੋ ਹੋਪ ਕਰਦਾ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ, ਅਤੇ ਹੋਰ ਜਾਣਕਾਰੀ ਲਈ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਓ। ਲਿੰਕ ਡਿਸਕ੍ਰਿਪਸ਼ਨ 'ਚ ਹੈ। ਤਾਂ ਮਿਲਦੇ ਹਾਂ ਜੀ ਇੱਦਾਂ ਦੀ ਇੱਕ ਹੋਰ ਨਵੀਂ ਵੀਡੀਓ ਨਾਲ। ਉਦੋਂ ਤੱਕ ਲਈ ਰੱਬ ਰਾਖਾ।